ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਨਾਮ ਨਾ ਜਪੇ ਅਕਿਰਤ ਕਾਨਾ ਜੋ ਅਬ ਮਤ ਦਾ ਤਾਰ ਜਗ ਵਡਿਆਈ ਬਾਦ ਮੈਂ ਉਰਜੇ ਮੰਦ ਗਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀਗੇ ਸੂਰਜ ਪ੍ਰਕਾਸ਼ ਦੀ ਪਹਿਲੀ ਪੋਥੀ ਜੋ ਨਵੇਂ ਸਿਰਿਓਂ ਕਥਾ ਆਰੰਭ ਕੀਤੀ ਗਈ। ਮੰਗਲਾਚਰਨ ਦੇ ਰੂਪ ਵਿੱਚ ਭਾਈ ਸਾਹਿਬ ਜੀ ਨੇ 10 ਗੁਰੂਆਂ ਨੂੰ ਪਰਮੇਸ਼ਰ ਨੂੰ ਨਮਸਕਾਰ ਕੀਤੀ ਔਰ ਫਿਰ ਸਤਿਗੁਰਾਂ ਦੇ ਬਖਸ਼ੇ ਗੁਰਮੰਤਰ ਵਾਹਿਗੁਰੂ ਮੰਤਰ ਦੀ ਮਹਿਮਾ ਦੱਸ ਰਹੇ ਹਨ। ਇਸ ਤੋਂ ਅੱਗੇ ਫਿਰ ਭਾਈ ਬਾਲਾ ਜੀ ਦਾ ਗੁਰੂ ਅੰਗਦ ਦੇਵ ਜੀ ਨੂੰ ਮਿਲਣਾ ਤੇ ਫਿਰ ਸਾਰੀ ਕਥਾ ਬਾਬੇ ਨਾਨਕ ਦੀ ਲਿਖਣੀ ਇਹ ਵਾਰਤਾ ਕਥਾ ਚੱਲਦੀ ਹੈ। ਆਓ ਰਹਿੰਦੀ ਵਿਚਾਰ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਾਮ ਨਾ ਜਪੇ ਅਕਿਰਤ ਕਾਨਾ ਜੋ ਅਬ ਮਤ ਦਾ ਤਾਰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਲਿਖਣਾ ਕਰਦੇ ਹਨ ਕਿ ਇਹ ਮਨੁੱਖ ਕਿੰਨਾ ਅਕਿਰਤ ਕਨ ਹੈ। ਉਸ ਦਾਤਾਂ ਦੇਣ ਵਾਲੇ ਪਰਮੇਸ਼ਰ ਦਾ ਕਦੇ ਸ਼ੁਕਰੀਆ ਵੀ ਨਹੀਂ ਕਰਦਾ ਗਾ। ਪੰਜਵੇਂ ਪ੍ਰੀਤਮ ਵੀ ਇਸ ਵਿਸ਼ੇ ਤੇ ਕਹਿੰਦੇ ਐ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੀ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਜਿਹੜੇ ਮਨੁੱਖ ਉਸ ਪਰਮੇਸ਼ਰ ਦਾ ਸ਼ੁਕਰੀਆ ਨਹੀਂ ਕਰਦੇ ਨਾਮ ਨਹੀਂ ਜਪਦੇ ਉਹ ਅਕਿਰਤ ਕਨ ਹਨ। ਅਕਿਰਤ ਕਨ ਹੁੰਦਾ ਹੈ ਜਿਹੜਾ ਵੱਡਿਆਂ ਦੀਆਂ ਕੀਤੀਆਂ ਨੂੰ ਭੁੱਲ ਜਾਣਾ। ਐਸੇ ਲੋਕ ਸੰਸਾਰ ਦੀ ਵਡਿਆਈ ਵਿੱਚ ਉਲਝੇ ਹੋਏ ਆ। ਕੀ ਕਹਿੰਦੇ ਜਗ ਵਡਿਆਈ ਬਾਦ ਮੈਂ ਉਰਜੇ ਮੰਦ ਗਵਾਰ। ਇਹ ਸੰਸਾਰ ਦੀਆਂ ਵਡਿਆਈਆਂ ਲੈਣ ਵਾਸਤੇ ਸੰਸਾਰ ਦੇ ਵਿਸ਼ੇ ਵਿਕਾਰਾਂ ਵੀ ਸੰਸਾਰ ਦੇ ਧੰਦਿਆਂ ਵਿੱਚ ਉਲਝੇ ਹੋਏ ਹਨ। ਫਜ਼ੂਲ ਦੇ ਬਾਦ ਹੁੰਦੇ ਆ ਲੜਾਈਆਂ ਝਗੜੇ ਫਜ਼ੂਲ ਦੇ ਜਿਹੜੇ ਨਾਲ ਜਾਣ ਵਾਲੇ ਨਹੀਂ। ਜੇ ਸ਼ੋਭਾ ਕੋ
ਕਰੈ ਭਲੀ ਕਰਨੀ ਸ਼ਾਹ ਸ਼ੋਭਾ ਭਜ ਹਰ ਕੀ ਸਰਨੀ। ਅਸਲੀ ਵਡਿਆਈ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲਣੀ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬੇਅੰਤ ਵਾਰ ਬਖਸ਼ਿਸ਼ ਕੀਤਾ ਹੈ ਕਿ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਜਪਣਾ ਚਾਹੀਏ ਜੀ। ਚੌਪਈ ਜਾਨਤ ਸੰਤ ਨਾਮ ਪ੍ਰਤਾਪੋ, ਜੈ ਕੇ ਪਾਇਓ ਜਪ ਅਜਪੋ। ਔਰ ਇਸ ਵਾਹਿਗੁਰੂ ਮੰਤਰ ਦੇ ਪਾਵਰ ਨੂੰ ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਜਾਣਿਆ, ਉਹਨਾਂ ਨੂੰ ਪਤਾ ਕਿ ਇਸ ਮੰਤਰ ਦੇ ਵਿੱਚ ਕਿੰਨੀ ਪਾਵਰ ਹੈ। ਉਹ ਸੰਤ ਲੋਕ ਜਿਨ੍ਹਾਂ ਨੇ ਇਹ ਨਾਮ ਜਪਿਆ ਤੇ ਨਾਮ ਜਪ ਕੇ ਜੋ ਉਹਨਾਂ ਨੂੰ ਪ੍ਰਾਪਤੀਆਂ ਹੋਈਆਂ, ਇਹ ਉਹਨਾਂ ਨੂੰ ਪਤਾ ਹੈ। ਜਿਸ ਤਰ੍ਹਾਂ ਜਿਸ ਨੇ ਮਿੱਠਾ ਖਾਧਾ ਹੈ ਉਸੇ ਨੂੰ ਪਤਾ ਹੈ, ਜਿਹਨੇ ਖਾਧਾ ਨਹੀਂ ਉਹਨੂੰ ਕੀ ਪਤਾ ਮਿੱਠੇ ਦੇ ਸਵਾਦ ਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗਾ ਬੰਦਾ ਵੀ ਜੇ ਗੁੜ ਖਾਵੇ ਤੇ ਮਿੱਠਾ ਜਾਣ ਕੇ ਕੱਛਾ ਮਾਰ ਕੇ ਇਸ਼ਾਰੇ ਕਰਦਾ ਕਿ ਬਹੁਤ ਸਵਾਦ ਆ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਜੇ ਮਨੁੱਖ ਨੇ ਨਾਮ ਜਪਿਆ ਹੋਵੇ ਤੇ ਇਹਨੂੰ ਨਾਮ ਦੀ ਪਾਵਰ ਦਾ ਪਤਾ ਲੱਗੇ। ਇਸ ਕਰਕੇ ਮਨੁੱਖ ਸੰਸਾਰ ਦੀਆਂ ਵਡਿਆਈਆਂ ਵਿੱਚ ਉਲਝਿਆ ਹੋਇਆ, ਪਰ ਸੰਤ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਨਾਮ ਦੇ ਪ੍ਰਤਾਪ ਨੂੰ ਜਾਣਿਆ, ਸ਼ਕਤੀ ਨੂੰ ਜਾਣਿਆ। ਜਿਹ ਕੇ ਪਾਇਓ ਜਾਪ ਅਜਾਪੂ, ਜਿਨ੍ਹਾਂ ਨੇ ਜਾਪ ਕਰਕੇ ਉਸ ਅਜਪ ਪਰਮੇਸ਼ਰ ਦੀ ਪ੍ਰਾਪਤੀ ਹੋਈ ਜੀ। ਐ ਜਾਣੇ ਸਾਖਤ ਪ੍ਰਤਾਪਾ, ਧਨ ਵਿਸ਼ਵਾਸੀ ਅਹਿਮਤ ਆਪਾ। ਔਰ ਉਹਨਾਂ ਨੂੰ ਇਸ ਨਾਮ ਦੇ ਪ੍ਰਤਾਪ ਦਾ ਕੀ ਪਤਾ ਹੈ, ਜਿਸ ਦੀ ਬੁੱਧੀ ਵਿੱਚ ਹੰਕਾਰ ਭਰਿਆ ਹੋਇਆ, ਜਿਨ੍ਹਾਂ ਨੂੰ ਧਨ 'ਤੇ ਭਰੋਸਾ ਹੈ, ਵਿਸ਼ਵਾਸ ਹੈ ਕਿ ਮੈਂ ਪੈਸੇ ਨਾਲ ਸਭ ਕੁਝ ਕਰ ਲਵਾਂਗਾ, ਪਰ ਸਾਰਾ ਕੁਝ ਪੈਸੇ ਨਾਲ ਨਹੀਂ ਹੁੰਦਾ। ਕੋਈ ਸਤਿਨਾਮ, ਸਾਰਾ ਕੁਝ ਪੈਸੇ ਨਾਲ ਨਹੀਂ ਹੁੰਦਾ। ਜੇ ਪੈਸੇ ਨਾਲ ਹੁੰਦਾ ਤੇ ਮੇਰੇ ਪ੍ਰੀਤਮ ਜੀ ਪਵਿੱਤਰ ਬਾਣੀ ਵਿੱਚ ਕਹਿੰਦੇ ਹਨ ਕਿ ਇੱਥੇ ਪ੍ਰੇਮ ਦੀ ਵੀ ਲੋੜ ਹੈ। ਜੇ ਇਹ ਪ੍ਰੇਮ ਕਿਤੇ ਪੈਸੇ ਨਾਲ ਖਰੀਦਿਆ ਜਾਂਦਾ ਤਾਂ ਰਾਵਣ ਹੁੰਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਰਾਵਣ ਨੇ ਵੀ ਜਿਸ ਦੀ ਤਪੱਸਿਆ ਭਗਤੀ ਕੀਤੀ ਹੈ ਨਾ, ਆਪਣੇ 10 ਜੀਵਨ ਉਹਨੂੰ ਸਮਰਪਣ ਕੀਤੇ ਆ। ਕੋਈ ਸਤਿਨਾਮ ਸ੍ਰੀ ਵਾਹਿਗੁਰੂ। ਰਾਵਣ ਹੁੰਤੇ ਸੋ ਰੰਕ ਨੇ, ਜਿਨ ਸਿਰ ਕੀਨੇ ਕਾਟ। ਪਾਤਸ਼ਾਹ ਕਿਹਨੂੰ ਕਹਿ ਰਹੇ ਹਨ? ਸੰਵਣ ਨੂੰ, ਆਪਣੇ ਇੱਕ ਗੁਰਮੁਖ ਸਿੱਖ ਨੂੰ। ਗੁਰਬਾਣੀ ਵੀ ਜਿੱਥੇ 6 ਗੁਰੂਆਂ ਦੀ ਬਾਣੀ ਆ, ਉੱਥੇ 15 ਭਗਤਾਂ ਦੀ ਬਾਣੀ ਆ, 11 ਭੱਟਾਂ ਦੀ ਬਾਣੀ ਆ ਤੇ 4 ਗੁਰਮੁਖਾਂ ਦੀ ਬਾਣੀ ਆ। ਤੇ ਉਹਨਾਂ 4 ਗੁਰਮੁਖਾਂ ਵਿੱਚੋਂ 2 ਪਿਓ ਪੁੱਤ ਸੰਮਣ ਤੇ ਮੂਸਣ ਵੀ ਹਨ। ਤੇ ਸੰਮਣ ਨੂੰ ਪਾਤਸ਼ਾਹ ਸੰਬੋਧਨ ਕਰਕੇ ਕਹਿੰਦੇ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ। ਜੇ ਸਿਮਰਨ ਭਜਨ ਬੰਦਗੀ ਦੇ ਪ੍ਰੇਮ ਦੀ ਕੀਮਤ ਪੈਸਿਆਂ ਨਾਲ ਪੈਂਦੀ, ਰਾਵਣ ਹੁਤੈ ਸੋ ਰੰਕ ਨੇ, ਜਿਨ ਸਿਰ ਕੀਨੇ ਦਾ ਕਾਟ। ਜਿਹਨੇ ਆਪਣੇ ਸਿਰ ਅਰਪਣ ਕੀਤੇ ਹਨ ਕੱਟ ਕੇ। ਔਰ 5 ਸਿੰਘਾਂ ਨੇ ਵੀ ਗੁਰੂ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਆਪਣੇ ਸੀਸ ਕੱਟ ਕੇ ਪੇਸ਼ ਕੀਤੇ ਆ। ਲਓ ਮਹਾਰਾਜ ਹਾਜ਼ਰ ਹੈ, ਕੱਟ ਲਓ। ਇਹ ਪ੍ਰੇਮ ਦੀ ਖੇਡ ਹੈ, ਪੈਸਿਆਂ ਦੀ ਖੇਡ ਨਹੀਂ। ਪ੍ਰੀਤ ਪ੍ਰੇਮ ਰਚ ਮਨ ਖਚ ਰਿਹਾ, ਬੀਚ ਨਰਾਈ ਹੋਤ। ਤੇ ਜਿੱਥੇ ਪ੍ਰੇਮ ਹੈ ਨਾ, ਉੱਥੇ ਰਾਈ ਜਿੰਨਾ ਵੀ ਫਰਕ ਨਹੀਂ ਰਹਿਣਾ ਚਾਹੀਦਾ। ਰਾਈ ਦਾ ਦਾਣਾ ਵੀ ਵਿਚਾਲੇ ਆ ਗਿਆ ਤੇ ਉਹ ਵੀ ਜਿਹੜਾ ਹੈ ਪ੍ਰੇਮ ਨੂੰ ਪੂਰਾ ਨਹੀਂ ਹੋਣ ਦਿੰਦਾ ਗਾ। ਇਸ ਕਰਕੇ ਸਿਮਰਨ ਗੁਰੂ ਦਾ ਪ੍ਰੇਮ ਜਿਹੜਾ ਪੈਸਿਆਂ ਨਾਲ ਨਹੀਂ ਮਿਲਦਾ ਗਾ। ਪੈਸਿਆਂ ਨਾਲ ਮਿਲਦਾ ਤਾਂ ਰਾਵਣ ਵੀ ਲੈ ਜਾਂਦਾ, ਪੈਸਿਆਂ ਵਾਲੇ ਲੈ ਜਾਂਦੇ। ਨਹਿ ਜਾਣਤ ਸਾਖਤ ਪ੍ਰਤਾਪਾ, ਮਨਮੁਖ ਲੋਕ ਕੀ ਜਾਣਦੇ ਐ ਸਿਮਰਨ ਦੇ ਭਜਨ ਦੇ ਪ੍ਰਤਾਪ ਨੂੰ, ਬਾਣੀ ਦੇ ਪ੍ਰਤਾਪ ਨੂੰ। ਜਿਨ੍ਹਾਂ ਨੂੰ ਆਪਣੀ ਮਾਇਆ ਤੇ ਭਰੋਸਾ ਹੈ, ਮਾਇਆ ਵਿਸ਼ਮਾਤੀ ਅਹਿਮਤ ਆਪਾ। ਅਹਿਮਤ ਇਹ ਕਹਿੰਦੇ ਆ ਸੱਪ ਨੂੰ, ਜਿਨ੍ਹਾਂ ਦੀ ਬੁੱਧੀ ਵਿੱਚ ਸੱਪ ਵਰਗਾ ਹੰਕਾਰ ਹੈ, ਫਕਾਰੇ ਮਾਰਦੇ ਫਿਰਦੇ ਆ, ਮੈਂ ਕਰਦੇ ਫਿਰਦੇ ਆ। ਉਹਨਾਂ ਨੂੰ ਇਸ ਨਾਮ ਦੇ ਪ੍ਰਤਾਪ ਦਾ ਭਾਈ ਸਾਹਿਬ ਜੀ ਕਹਿੰਦੇ ਕੀ ਪਤਾ ਹੈ। ਦਰਬ ਹਿਤ ਸਭ ਕਰੇ ਉਪਾਈ, ਵਾਹਿਗੁਰੂ ਉਰ ਦੀਨ ਭੁਲਾਈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਜਪਣ ਨੂੰ ਤਿਆਰ ਨਹੀਂ, ਪਰ ਧੰਦਿਆਂ ਵੇਲੇ ਤੁਰੰਤ ਤਿਆਰ ਹੋ ਜਾਂਦਾ। ਡਿਊਟੀਆਂ 'ਤੇ ਜਾਣ ਵੇਲੇ ਤਿਆਰ ਹੋ ਜਾਂਦਾ, ਕਿਉਂਕਿ ਉੱਥੋਂ ਮਾਇਆ ਮਿਲਣੀ ਹੈ, ਪਰ ਨਾਮ ਵਾਲੇ ਪਾਸੇ ਨਹੀਂ ਆਉਂਦਾ। ਇਹਨੂੰ ਲੱਗਦਾ ਵੀ ਇੱਥੋਂ ਕੀ ਮਿਲਣਾ, ਇਹ ਤਾਂ ਐਵੇਂ ਹੀ ਹੈ, ਪਰ ਐਵੇਂ ਨਹੀਂ ਹੈ। ਜਿਨ੍ਹਾਂ ਨੇ ਵੇਖਿਆ ਹੈ, ਵਰਤਿਆ, ਉਹਨਾਂ ਨੂੰ ਪਤਾ ਹੈ।
ਪਾਤਸ਼ਾਹ ਕਹਿੰਦੇ ਆ ਮਨੁੱਖ ਮਨਮੁਖ ਲੋਕ ਸਾਖਤ ਲੋਕ ਜਿਹੜੇ ਆ ਦੌਲਤ ਦੀ ਪ੍ਰਾਪਤੀ ਵਾਸਤੇ ਸਾਰੇ ਯਤਨ ਕਰਦੇ ਆ, ਪਰ ਵਾਹਿਗੁਰੂ ਜਪਣ ਵੇਲੇ ਨੀਂਦ ਆਉਂਦੀ ਹੈ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁੱਝੇ ਨਾ ਇਹ ਆਣਾ। ਸਮਾਂ ਨਹੀਂ ਸੰਭਾਲਦਾ, ਨਿਆਣਿਆਂ ਵਾਲੀਆਂ ਗੱਲਾਂ ਕਰਦਾ, ਤੇ ਜਦੋਂ ਸਮਾਂ ਲੰਘ ਜਾਂਦਾ ਫਿਰ ਪਛਤਾਉਂਦਾ ਹੈ। ਕੰਚਨ ਰੁਚਿਰ ਰਚਿਤ ਬਰਤ ਰਤਨਾ, ਤੈ ਤਜ ਕਰਤ ਕਾਚ ਤਿਤ ਚਤਨਾ। ਔਰ ਇਹ ਲੋਕ ਜੋ ਮਾਇਆ ਦੇ ਪਿੱਛੇ ਭੱਜ ਦੌੜ ਬਹੁਤ ਕਰਦੇ ਆ, ਮਾਇਆ ਦੇ ਪਿੱਛੇ ਸਹਿਸ ਖਟੈ ਲਾਖੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਸੈਂਕੜੇ ਆਉਂਦੇ ਆ, ਕਹਿੰਦੇ ਹਜ਼ਾਰਾਂ ਹੋਣ, ਹਜ਼ਾਰਾਂ ਵੀ ਆਉਣ ਲੱਗ ਪਏ, ਫਿਰ ਕਹਿੰਦੇ ਲੱਖਾਂ ਹੋਣ, ਫਿਰ ਵੀ ਤ੍ਰਿਸ਼ਨਾ ਭਰੀ ਨਹੀਂ, ਹੋਰ ਹੋਰ ਦੇ ਨਾਲ ਭੱਜੇ ਤੁਰੇ ਜਾਂਦੇ ਆ। ਕੰਚਨ ਰੋਚਨ ਰਚਤ ਬਰ ਰਤਨ, ਸੋਨੇ ਚਾਂਦੀ ਦੇ ਨਾਲ ਬੜਾ ਮੋਹ ਪਾਇਆ ਹੋਇਆ ਹੈ, ਗਹਿਣਿਆਂ ਨਾਲ ਬੜਾ ਮੋਹ ਪਾਇਆ ਹੋਇਆ ਹੈ, ਪਰ ਇਸ ਤੋਂ ਵੀ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਜਿਹੜਾ ਉਸ ਨੂੰ ਤਿਆਗ ਕੇ ਕਾਚ ਹਿਤ ਯਤਨਾ, ਜਿਵੇਂ ਕੋਈ ਗੁਰੂ ਪਿਆਰਿਓ ਹੀਰੇ ਵੱਟੇ ਕੰਚ ਇਕੱਠਾ ਕਰਦਾ ਫਿਰੇ। ਤੇ ਹੁਣ ਹੀਰਾ ਇੱਥੇ ਕਿਹੜਾ ਹੈ? ਤੁਹਾਡਾ ਸਵਾਸ। ਉਸ ਮਰੀਜ਼ ਨੂੰ ਪੁੱਛੋ ਜਿਹੜਾ ਮਰਨ ਕਿਨਾਰੇ ਪਹੁੰਚ ਗਿਆ ਤੇ ਡਾਕਟਰਾਂ ਨੂੰ ਕਹਿਣਾ ਮੇਰੀ ਸਾਰੀ ਸੰਪਤੀ ਲੈ ਕੇ ਮੇਰੀ ਜਾਨ ਬਚਾ ਦਿਓ, ਸਾਲ 2 ਸਾਲ ਜ਼ਿੰਦਗੀ ਹੋਰ ਦੇ ਦਿਓ ਮੈਨੂੰ। ਪੁੱਛੋ ਉਸ ਬਿਮਾਰ ਨੂੰ ਜਿਹੜਾ ਮਰਨ ਕਿਨਾਰੇ ਪਿਆ ਤੇ ਜੀਵਨ ਚਾਹੁੰਦਾ ਹੈ, ਤੇ ਜੀਵਨ ਦੇ ਵੱਟੇ ਜ਼ਿੰਦਗੀ ਭਰ ਦੀ ਕਮਾਈ ਦੇਣ ਨੂੰ ਤਿਆਰ ਆ। ਕਰੋਨਾ ਦੇ ਵੇਲੇ ਸਭ ਨੇ ਸਭ ਕੁਝ ਲਾ ਦਿੱਤਾ। ਜੇ ਸਾਹ ਸੌਖਾ ਆਉਣ ਲੱਗ ਜਾਂਦੇ, ਜੇ ਜਦੋਂ ਸੌਖਾ ਸਾਹ ਆਉਂਦਾ ਸੀਗਾ ਉਦੋਂ ਰੱਬ ਨੂੰ ਯਾਦ ਨਹੀਂ ਕੀਤਾ। ਕੋਈ ਸਤਨਾਮ, ਉਦੋਂ ਰੱਬ ਨੂੰ ਯਾਦ ਨਹੀਂ ਕੀਤਾ। ਜਦੋਂ ਰੱਬ ਸਾਹ ਔਖੇ ਆਉਣ ਲੱਗਦਾ ਨਾ, ਫਿਰ ਰੱਬ ਯਾਦ ਆਉਂਦਾ, ਫਿਰ ਕਹਿੰਦੇ ਹਾਏ ਮੇਰਾ ਰੱਬ, ਹਾਏ ਮੇਰਾ ਸਾਹ, ਕਿਉਂਕਿ ਸਾਹਾਂ ਦੇ ਵਿੱਚ ਹੀ ਰੱਬ ਵਸਿਆ ਹੋਇਆ ਸੀ, ਉਸ ਨੂੰ ਸੰਭਾਲਿਆ ਨਹੀਂ ਸਮੇਂ ਤੇ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਸਵਈਆ ਜਾਨਤ ਹੈ ਮਹਿਮਾ ਐਸੀ ਕਸੋ, ਨਾਮੇ ਕੀ ਪ੍ਰਤਾਪ ਵਡਾਈ। ਪਾਤਸ਼ਾਹ ਜੀ ਕਹਿੰਦੇ ਇਸ ਨਾਮ ਦੀ ਮਹਿਮਾ ਨੂੰ ਤਾਂ ਸ਼ੇਸ਼ਨਾਗ ਨੇ ਜਾਣਿਆ। ਸ਼ੇਸ਼ਨਾਗ ਨੂੰ ਪਤਾ ਲੱਗਿਆ ਇਹ ਨਾਮ ਦਾ ਕਿੰਨਾ ਪ੍ਰਤਾਪ ਹੈ। ਕਹਿੰਦੇ ਪਰਮੇਸ਼ਰ ਨੇ ਸ਼ੇਸ਼ਨਾਗ ਦੀ ਡਿਊਟੀ ਲਾ ਦਿੱਤੀ ਆ, ਬਈ ਤੂੰ ਕੁਝ ਸਮਾਂ ਸੇਵਾ ਕਰ। ਕਹਿੰਦੀ ਕੀ ਸੇਵਾ ਕਰਾਂ? ਕਹਿੰਦੀ ਆ ਸੇਵਾ ਕਰਕੇ ਤੂੰ ਮੇਰੇ ਨਾਮ ਦੀ ਮਹਿਮਾ ਕਰ। ਕਹਿੰਦੇ ਮਾਰੇ ਕਿੰਨਾ ਕੁ ਚਿਰ ਕਰਨੀ ਹੋ? ਕਹਿੰਦੇ ਜਦੋਂ ਪੂਰੀ ਹੋ ਗਈ ਫਿਰ ਤੇਰੀ ਛੁੱਟੀ ਕਰ ਦਿਆਂਗੇ। ਕਹਿਣ ਲੱਗਿਆ ਜੀ ਠੀਕ ਹੈ। ਉਹਨੂੰ ਮਾਣ ਹੋ ਗਿਆ ਕਿ ਮੇਰੇ ਤਾਂ 1000 ਮੂੰਹ ਹੈ, 2000 ਜੀਭਾਂ, ਮੈਂ ਤਾਂ ਮਿੰਟੋ ਮਿੰਟੀ ਸਾਰੇ ਨਾਲ ਲੈ ਦੂੰਗਾ। ਹਜੇ ਤੱਕ ਸ਼ੇਸ਼ਨਾਗ ਤੋਂ ਨਾਮ ਦੀ ਪੂਰੀ ਮਹਿਮਾ ਨਹੀਂ ਹੋਈ। ਕਹੋ ਸਤਨਾਮ। ਇਹ ਇਕੱਠ ਹੈ ਨਾਮ ਤੇ ਨਾਮ ਦੀ ਮਹਿਮਾ ਇਕੱਠ ਹੈ। ਗੁਰੂਆਂ ਨੇ ਵੀ ਕਿਹਾ ਦਿੱਤਾ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਣ, ਨਾਨਕ ਕਿਆ ਵਿਚਾਰੇ। ਗਿਣਤੀ ਬਹੁਤ ਕੀਤੀ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ, ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਬੜੀ ਗਿਣਤੀ ਕੀਤੀ, ਪਰ ਸੋਦਰ ਦੀ ਪੌੜੀ ਦੇ ਅਖੀਰ ਤੇ ਕਹਿੰਦੇ ਨਹੀਂ ਮਹਾਰਾਜ ਮੈਂ ਹਜੇ ਪੂਰੇ ਨਹੀਂ ਕਹਿ ਸਕਿਆ। ਕਹੋ ਸਤਨਾਮ। ਹੋਰ ਕੇਤੇ ਗਾਵਨ, ਬਹੁਤੇ ਐਸੇ ਵੀ ਹੈ ਸੂਖਮ ਜਿਹੜੇ ਮੇਰੀ ਨਿਗਾਹ ਤੋਂ ਪਰੇ ਹੈ। ਸੇ ਮੈਂ ਚਿਤ ਨ ਆਵਣ, ਨਾਨਕ ਕਿਆ ਵਿਚਾਰੇ। ਇਹ ਸਤਿਗੁਰ ਦੀ ਨਿਮਰਤਾ ਤੇ ਪਰਮੇਸ਼ਰ ਦੀ ਮਹਾਨਤਾ ਦੱਸਣ ਦਾ ਕਾਰਨ ਹੈ। ਭਾਵੇਂ ਸਤਿਗੁਰ ਸਭ ਜਾਣਦੇ ਹੀ ਆ, ਪਰਮੇਸ਼ਰ ਦੀ ਮਹਾਨਤਾ ਤੇ ਆਪਣੀ ਨਿਮਰਤਾ ਦੀ ਗੱਲ ਕਰਦੇ ਆ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਸਾਰੇ ਗਿਣਤੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਣ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਬਸ ਉਹੀ ਸੱਚ ਹੈ, ਉਹੀ ਸੱਚ ਹੈ। ਸਾਹਿਬ ਸਾਚਾ ਸਾਚੀ ਨਾਈ, ਉਹ ਸੱਚ ਹੈ, ਉਹਦੀ ਸਾਜੀ ਕੁਦਰਤ ਸੱਚ ਹੈ। ਹੈ ਪੀ ਹੋਸੀ ਜਾਏ ਨ ਜਾਸੀ, ਰਚਨਾ ਜੈਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨੇ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਬਸ ਤੇਰੇ ਭਾਣੇ 'ਚ ਰਹਿ ਕੇ ਆਨੰਦ ਹੈ। ਜੇ ਅਸੀਂ ਗਿਣਤੀਆਂ ਮਿੰਟੀਆਂ 'ਚ ਪੈ ਗਏ ਤੇ ਅਸੀਂ ਤਾਂ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨਹੀਂ ਇਹ ਪੂਰੀਆਂ ਕਰ ਸਕਦੇ। ਕਹੋ ਸਤਨਾਮ। ਮੇਰੇ ਪ੍ਰੀਤਮ ਜੀ ਕਹਿੰਦੇ
इस परमेश्वर के नाम की महिमा नूं जां तां जाणिया शेषनाग ने। सैलन कानन सो धरनी पुरुष ने जो जिन सीस उठाई। और जिस पहाड़ा उत्ते जंगलों में भरपूर धरती नूं अपने सिर ते फुल वांग चुकिया होया है, इस तरह कहते उसने अपने परमेश्वर के नाम नूं जानना कीता है जी। नाम महात्म शंकर जानत कंठ हलाहल लीन बजाई। और इस नाम दे महात्म नूं शिव जी ने जानिया है। हलाहल जहर जिहड़ा हरेक दे हजम नहीं आउंदागा, पाड़ दिंदा नाड़ियां जहर, पर शिव ने उस जहर नूं दसदे आ हिंदू मत दे वेदां ग्रंथां विच ਜਦੋਂ ਸਮੁੰਦਰ ਰਿੜਕਿਆ, ਪਹਾੜ ਦੀ ਮਧਾਣੀ ਬਣਾ ਕੇ ਸ਼ੇਸ਼ਨਾਗ ਦਾ ਰੱਸਾ ਬਣਾ ਕੇ ਦੇਵਤਿਆਂ ਦੈਂਤਾਂ ਨੇ ਉਹਦੇ ਵਿੱਚੋਂ ਰਤਨ ਕੱਢੇ, 14 ਰਤਨ ਨਿਕਾਲਿਓਣ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਨ। ਇਹ ਬਾਣੀ ਵਿੱਚ ਵੀ ਪਾਤਸ਼ਾਹ ਜੀ ਨੇ ਬਿਆਨ ਕੀਤਾ ਆਪਣੇ ਹਿਸਾਬ ਨਾਲ। 14 ਰਤਨਾਂ ਦੇ ਵਿੱਚੋਂ ਇੱਕ ਰਤਨ ਜ਼ਹਿਰ ਨਿਕਲਿਆ। ਉਹ ਜ਼ਹਿਰ ਨੂੰ ਜੇ ਧਰਤੀ 'ਤੇ ਡੋਲਦੇ ਸੀ ਤੇ ਧਰਤੀ ਖਰਾਬ ਹੁੰਦੀ ਸੀ, ਖਤਮ ਹੁੰਦੀ ਸੀ, ਨੁਕਸਾਨ ਹੁੰਦਾ ਸੀਗਾ। ਤੇ ਕਹਿੰਦੇ ਉਸ ਜ਼ਹਿਰ ਨੂੰ ਸ਼ਿਵ ਨੇ ਆਪਣੇ ਗਲੇ ਵਿੱਚ ਰੱਖ ਲਿਆ। ਉਹਨੂੰ ਨੀਲਕੰਠ ਵੀ ਕਹਿੰਦੇ ਆ। ਕਹਿੰਦੇ ਉਹ ਜ਼ਹਿਰ ਦੇ ਪੀਣ ਕਰਕੇ ਗਲਾ ਨੀਲਾ ਹੋ ਗਿਆ। ਗਲੇ ਦੇ ਵਿੱਚ ਉਹਨਾਂ ਨੇ ਇੱਕ ਸੱਪ ਵਿਖਾਇਆ ਹੈਗਾ। ਸੱਪ ਗੁਰੂ ਪਿਆਰਿਓ ਮਾਨੋ ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਕਰਕੇ ਰੱਖਿਆ ਹੋਇਆ। सिर के उत्ते गंगा वगदी विखाई है। गंगा का मतलब ज्ञान की गंगा, वो ज्ञान के भी भंडार हो गए ये सिमरन नूं करके। जे समाधि की गल करिए, सिमरन की गल करिए, आराधना की गल करिए तो पता नहीं हज़ारां साल जदों बह जाते हैं चौकड़ा मार के तो उठते नहीं। कहो सतनाम, जिवें हिंदू मत के वेदां विच लिखिया। तो ये सिमरन के प्रताप नूं मीराबाई ने भी जाने है। कोई होर बंदा जहर पी के दिखावे, लेकिन मीराबाई ने भी जहर नूं अपने अंदर खत्म करता, क्योंकि अमृत की बूंद निकलती है सिमरन दे विचों, जिहड़ी जहर का सुभाव भी बदल दिंदी है। कोई सतनाम। जद राणे ने ब्राह्मणों के चुकन ते ब्राह्मणों ने कहता, राजा साहब तुसी राजे ते आ तुहाडी घर वाली एवें रविदासियां दी चम्यारियां दी संगति विच तुरी फिरदी आ। रविदास भगत जी की सेवका बन गई सी बीबी मीराबाई। तो ब्राह्मणों ने जानबूझ के चुक्या सीगा, क्योंकि वो लगते सीगे रविदास भगतां जी नाल भी लगते सी, कि शूद्रां नूं ज्ञान कराता परमेश्वर ने। इन्हां दा मकसद सीगा कि आम जनता नूं जिहड़ा है सच दा ज्ञान ना होवे। परमेश्वर ने सीधे पैदा करते भगत कबीर साहब, नामदेव जी, रविदास भगत जी, सैन नाई बुतकारीआ। इन्हां दे अंदर सीधा ज्ञान आ गया। तो इन्हां ब्राह्मणों नूं बड़ा दुख होया बई हुण जिहड़ी असली गल है, सच की गल है, इन्हां शूद्रां कोले पहुँच गई। तो इन्हां ने कोशिश की कि जिन्हां ज्ञान हुंदा सी उन्हां नूं खत्म करने की कोशिश करते सीगे। रविदास जी नूं भी इन्हां ने गुरु प्यारो राजे दे कोल शिकायतां कर करके खत्म करने दी कोशिशां कीतियां। शायद जिहड़ा कहंदे आ कि राजे ने एक बार अपने कोल सद्दिया भगत रविदास जी नूं, बई तुसीं राम की भगती नहीं कर सकते, तुसीं शूद्र हो। ब्राह्मणां ने केस किया। कहते उत्थे जिवें इन्हां ने कहानी लिखी है भी रविदास जी ने अपनी छाती पाड़ के रंबी दे नाल सोने का जनेऊ कढ़ के विखाया। शायद इन्हां दी बनाई हुई गल है। कोई सतनाम। क्योंकि अंदर कोई सोने तार थोड़ा पैदा हो सकती है। भावे रविदास नूं तां प्रवान करते हैं जे रविदास दे जनेऊ पाया होवे ते आपदे कोलों सोने का जनेऊ बनाता। तो रविदास जी नूं गुरु प्यारो इन्हां ने खत्म कर दिता जानबूझ के। जदों जदों कोई संसार दे विच चढ़दी कला दा मनुख पैदा हुंदा है, अज भी चल रहा है, जिवें चंगा कलाकार पैदा हो जाए तो जिहड़े झूठे लोग है उन्होंने खत्म करवा देंगे आ। कोई सतनाम। चंगा कोई भगत दुनिया में पैदा हो जाए तो जिहड़े झूठे लोग उन्होंने मगर पै जाते हैं, उन्होंने पहला बदखोई करते हैं, दुनिया में उन्होंने बदनाम करते हैं, फिर उन्होंने खत्म करवा देंगे आ। कोई सतनाम। कहते रविदास जी ने अपनी रंबी दे नाल इत्थों छाती चीरी ते विचों सोने की तार, सोने का जनेऊ कढ़ के विखाया। दसो उदों बाद किसी होर दे क्यों नहीं सोने की धार पैदा हुई? उन्हां ब्राह्मणां की छाती में क्यों ना पैदा हुई जिहड़े गल्लां कहंदे आ। कोई सतनाम। तो मीराबाई भगत जी रविदास जी की यह सेवका बन गई सी। इसने सिमरन भजन बंदगी की और ब्राह्मणां की चुक विच आके राणे ने भगत मीराबाई नूं मारन दीयां कोशिशां कीतीआं।
ਪਹਿਲਾਂ ਇਸ ਨੇ ਇੱਕ ਭਿਆਨਕ ਸੱਪ ਭੇਜਿਆ ਬੀਬੀਆਂ ਵਾਲੇ ਹਾਰ ਵਾਲੇ ਡੱਬੇ 'ਚ ਪਾ ਕੇ, ਗਹਿਣਿਆਂ ਵਾਲੇ ਡੱਬੇ 'ਚ ਪਾ ਕੇ, ਔਰ ਮੀਰਾ ਬਾਈ ਲੈ ਕੇ ਦੋਤਾਰਾ ਗੁਰੂ ਪਿਆਰੇ ਪਰਮੇਸ਼ਰ ਦੀ ਭਜਨ ਬੰਦਗੀ ਕਰ ਰਹੀ ਆ। ਔਰ ਇਹਦੇ ਸੇਵਕ ਉਹ ਡੱਬਾ ਲੈ ਕੇ ਆਇਆ, ਮੂਹਰੇ ਰੱਖਤਾ। ਰਾਣੀ ਸਾਹਿਬਾ, ਰਾਜਾ ਸਾਹਿਬ ਨੇ ਤੁਹਾਡੇ ਲਈ 9 ਲੱਖਾਂ ਹਾਰ ਭੇਜਿਆ, ਇਹਨੂੰ ਪਹਿਨ ਲਓ। ਨਿਗਾਹ ਦੇ ਵਿੱਚ ਮਸਤੀ ਆ ਜਾਂਦੀ ਆ, ਨਿਗਾਹ ਵਿੱਚ ਇੱਕ ਤਾਕਤ ਆ ਜਾਂਦੀ ਆ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ ਇਹ ਸਿਮਰਨ ਦਾ ਪ੍ਰਤਾਪ ਹੈ ਜਿਹੜਾ ਭਾਈ ਸਾਹਿਬ ਦੱਸ ਰਹੇ ਨੇ। ਜਿਸ ਵੇਲੇ ਉਹਨਾਂ ਨੇ ਲਿਆ ਕੇ ਉਹ ਡੱਬਾ ਜ਼ਹਿਰੀਲੇ ਸੱਪ ਵਾਲਾ ਸਾਹਮਣੇ ਰੱਖਿਆ ਤੇ ਮੀਰਾ ਬਾਈ ਨੇ ਭਜਨ ਕਰਦੇ ਕਰਦੇ ਡੱਬਾ ਖੋਲ੍ਹਿਆ ਤੇ ਚੱਕ ਕੇ ਗਲ ਵਿੱਚ ਪਾ ਲਿਆ ਜੋ ਵੀ ਸੀਗਾ ਵਿੱਚ, ਪਰ ਉਹ ਸੱਪ ਤੋਂ ਹਾਰ ਬਣ ਗਿਆ। ਕੋਈ ਸਤਨਾਮ ਸੀ, ਉਹਨਾਂ ਨੇ ਹਾਰ ਹੀ ਕਿਹਾ ਸੀ ਨਾ, ਉਹ ਸੱਪ ਦਾ ਹਾਰ ਬਣ ਗਿਆ ਸੀਗਾ। ਉਹਨਾਂ ਦੀ ਇਹ ਚਾਲ ਨਾ ਚੱਲੀ। ਦੂਜੀ ਵਾਰ ਰਾਜੇ ਨੇ ਫਿਰ ਇੱਕ ਜ਼ਹਿਰ ਦਾ ਪਿਆਲਾ ਭੇਜਤਾ ਭਰ ਕੇ, ਜਾਓ ਜਾ ਕੇ ਮੀਰਾ ਬਾਈ ਨੂੰ ਕਹਿ ਦਿਓ ਕਿ ਰਾਣਾ ਜੀ ਨੂੰ, ਉਸ ਦਾ ਨਾਮ ਸੀ ਰਾਣਾ, ਅਸਲ ਵਿੱਚ ਪਹਿਲਾ ਪਤੀ ਇਹਦਾ ਗੁਜ਼ਰ ਗਿਆ ਸੀਗਾ, ਫਿਰ ਦਿਓਰ ਦੇ ਲੜ ਲਾਈ ਸੀ। ਕਹੋ ਸਤਨਾਮ ਸੀ, ਪਰ ਸੀ ਭਜਨ ਬੰਦਗੀ ਵਾਲੀ ਬੀਬੀ। ਤੋ ਰਾਣੇ ਨੂੰ ਜ਼ਹਿਰ ਦਾ ਪਿਆਲਾ ਭੇਜਤਾ, ਕਹਿੰਦੇ ਮੀਰਾ ਨੂੰ ਕਹਿ ਦਿਓ ਕਿ ਰਾਣਾ ਜੀ ਨੂੰ ਅੰਮ੍ਰਿਤ ਲੱਭਿਆ ਤੇ ਇਹ ਅੰਮ੍ਰਿਤ ਪੀ ਲਓ। ਉਦੋਂ ਵੀ ਉਹ ਭਗਤੀ ਕਰ ਰਹੀ ਸੀ ਤੇ ਨਜ਼ਰ ਪਈ ਉਸ ਪਿਆਲੇ ਜ਼ਹਿਰ ਵਾਲੇ ਤੇ, ਅੰਮ੍ਰਿਤ ਬਣ ਗਿਆ। ਗੜ ਗੜ ਕਰਕੇ ਮੀਰਾ ਨੇ ਪੀ ਲਿਆ, ਪਰ ਉਹ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ। ਫਿਰ ਮੀਰਾ ਆਪਦੀ ਮਰਜ਼ੀ ਨਾਲ ਹੀ ਸਰੀਰ ਤਿਆਗ ਜਾਂਦੀ ਆ। ਕੋ ਸਤਨਾਮ ਇੱਕ ਮੰਦਰ ਦੇ ਵਿੱਚ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਭਾਈ ਸਾਹਿਬ ਜੀ ਕਹਿੰਦੇ ਇਸ ਵਾਹਿਗੁਰੂ ਮੰਤਰ ਦੇ ਜਾਂ ਪਰਮੇਸ਼ਰ ਦਾ ਕੋਈ ਵੀ ਨਾਮ, ਵਾਹਿਗੁਰੂ ਮੰਤਰ ਪਾਤਸ਼ਾਹ ਜੀ ਨੇ ਦਿੱਤਾ ਸਾਨੂੰ, ਔਰ 10ਵੇਂ ਪਾਤਸ਼ਾਹ ਨੂੰ ਪ੍ਰਗਟ ਕੀਤਾ। ਬਾਬੇ ਨਾਨਕ ਨੇ ਵਾਹਿਗੁਰੂ ਮੰਤਰ ਦੀ ਗੱਲ ਕਰੀ ਆ। ਜਦੋਂ ਰਾਜੇ ਰੋਕਨਦੀਨ ਦੇ ਨਾਲ, ਕਾਜੀ ਰੋਕਨਦੀਨ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਆ, ਉੱਥੇ ਇੱਕ ਬਚਨ ਉਚਾਰਿਆ ਹੈ ਕੋਈ 20-25 ਪੰਕਤੀਆਂ ਦਾ, ਭਵਿੱਖ ਬਾਣੀ ਆ ਉਹਦੇ ਵਿੱਚ, ਜਿਸ ਦੀ ਸ਼ੁਰੂਆਤ ਕਰਦੇ ਨੇ ਕਿ ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਪੈਸਾ ਤਿਸੀ ਕਾ ਜੋ ਦੇਵੈ ਦਿਲਾਵੈ ਰਜਾਵੈ ਖੁਦਾਏ। ਵਿਚਾਲੇ ਜਾ ਕੇ ਇੱਕ ਲਿਖਦੇ ਆ ਸ਼ਬਦ, ਵਾਹਿਗੁਰੂ ਸਭ ਜਪੈਗੀ ਮੁਕਤ ਆਪਣੀ ਜਾਨ। ਇਹ ਬਾਬੇ ਨਾਨਕ ਦਾ ਵਚਨ ਹੈ। ਵਾਹਿਗੁਰੂ ਸ਼ਬਦ ਬਾਬੇ ਨਾਨਕ ਨੇ ਉਚਾਰਿਆ, ਪਰ ਗੁਪਤ ਸੀਗਾ ਉਦੋਂ ਜ਼ਿਆਦਾਤਰ ਸਤਨਾਮ ਦਾ ਜਾਪ ਸੰਗਤਾਂ ਨੂੰ ਦੱਸਦੇ ਸੀ ਪਾਤਸ਼ਾਹ। ਔਰ 9 ਪਾਤਸ਼ਾਹੀਆਂ ਵਿੱਚ ਵਾਹਿਗੁਰੂ ਮੰਤਰ 'ਤੇ ਤਪੱਸਿਆ ਚੱਲਦੀ ਰਹੀ, ਇਹਦਾ ਸਿਮਰਨ ਭਜਨ ਬੰਦਗੀ ਹੁੰਦੀ ਰਹੀ। ਇਹਦੀ ਪਾਵਰ ਗੁਰੂਆਂ ਦੇ ਵਿੱਚ ਬਣਦੀ ਗਈ 9ਵੇਂ ਜਾਮੇ ਤੱਕ ਵਾਹਿਗੁਰੂ ਮੰਤਰ ਗੁਪਤ ਰਿਹਾ। ਔਰ ਇਸੇ ਸ਼ਬਦ ਦਾ ਅਖੀਰਲਾ ਪਦਾ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲਾਂਗੇ ਬਚੇ ਸ਼ਰਨ ਜੋ ਹੋਏ। ਮਤਲਬ ਬਾਬੇ ਨਾਨਕ ਨੇ ਪਹਿਲੇ ਜਾਮੇ ਦੇ ਵਿੱਚ ਇਹ ਦੱਸਿਆ ਤੇ 10ਵੇਂ ਨਾਨਕ ਨੇ 10ਵੇਂ ਜਾਮੇ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਪ੍ਰਗਟ ਕੀਤਾ। ਕਹੋ ਸਤਨਾਮ। ਕਦੋਂ? ਜਦੋਂ ਸਾਰਿਆਂ ਦੇ ਸਾਹਮਣੇ 80,000 ਦੇ ਇਕੱਠ ਵਿੱਚ ਪ੍ਰੀਤਮ ਨੇ ਨੰਗੀ ਤਲਵਾਰ ਕੱਢ ਕੇ ਐਲਾਨ ਕੀਤਾ, ਸਿੱਖੋ ਮੇਰੀ ਤਲਵਾਰ ਇੱਕ ਸੀਸ ਮੰਗਦੀ ਹੈ ਕੋਈ ਤਿਆਰ? ਤਾਂ ਭਾਈ ਦਇਆ ਸਿੰਘ ਆਇਆ। ਕਿੱਥੋਂ ਆਇਆ ਜੀ? ਲਾਹੌਰ ਤੋਂ। ਠੀਕ ਆ। ਉੱਪਰ ਲੈ ਗਏ ਸਟੇਜ ਦੇ, ਤਲਵਾਰ ਚਲਾਈ, ਸੀਸ ਕੱਟਿਆ, ਧੜ ਉਹ ਪਿਆ, ਸਿਰ ਉਹ ਪਿਆ, ਰੱਖਤਾ। ਕਹਿੰਦੇ ਇੱਕ ਹੋਰ ਚਾਹੀਦਾ। ਇੱਕ ਹੋਰ ਗਿਆ ਧਰਮ ਚੰਦ, ਉਸ ਨੂੰ ਵੀ ਉਸੇ ਤਰ੍ਹਾਂ ਕੱਟਿਆ। ਫਿਰ ਗੁਰੂ ਪਿਆਰਿਓ ਹਿੰਮਤ ਰਾਏ ਗਿਆ, ਇਸ ਦਾ ਸੀਸ ਵੀ ਕੱਟਿਆ ਤਲਵਾਰ ਦੇ ਨਾਲ। ਫਿਰ ਮੋਹਕਮ ਚੰਦ ਗਿਆ, ਉਸ ਦਾ ਸੀਸ ਵੀ ਸਾਹਮਣੇ ਕੱਟਿਆ। 3 ਕਰਦੇ ਕਰਦੇ ਤਾਂ ਕਈ ਉੱਠ ਕੇ ਦੂਰ ਚਲੇ ਗਏ, ਕਿਤੇ ਬਾਬਾ ਥੱਲੇ ਹੀ ਨਾ ਆ ਜੇ, ਪਤਾ ਨਹੀਂ ਹੁਣ ਕੀ ਹੋ ਗਿਆ। ਪਹਿਲਾਂ ਚੰਗੀ ਦੇਖ ਖਵਾਉਂਦਾ ਸੀ, ਇਹ ਤਾਂ ਵੱਢਣ ਹੀ ਲੱਗ ਪਿਆ। ਕੋਈ ਸਤਨਾਮ। 2-3 ਕਰਦੇ ਕਰਦੇ ਕਈ ਪਿਛਾਹਾਂ ਦੂਰ ਜਾ ਕੇ ਬੈਠ ਗਏ ਤੇ ਕਈ ਮਸੰਦ ਘਰੇ ਚਲੇ ਗਏ ਮਾਤਾ ਗੁਜਰੀ ਕੋਲੇ। ਮਾਤਾ ਜੀ ਲਾਲ ਨੂੰ ਸਮਝਾਓ, ਉਹ ਸਿੱਖਾਂ ਨੂੰ ਵੱਢੀ ਜਾਂਦਾ। 2-3 ਤਾਂ ਵੱਢਤੇ ਸੀਗੇ, ਹੋਰ ਪਤਾ ਨਹੀਂ ਕਿੰਨੇ ਵੱਢੂਗਾ। ਤੋ ਚੌਥੇ ਮੋਹਕਮ ਚੰਦ ਤੇ 5ਵੇਂ ਸਾਹਿਬ ਚੰਦ ਜੀ ਗਏ ਤੇ ਇਹਨਾਂ 5 ਦੇ ਸੀਸ ਕੱਟੇ। ਹੁਣ ਵਾਹਿਗੁਰੂ ਮੰਤਰ ਦੀ ਮੈਂ ਪਾਵਰ ਦੀ ਗੱਲ ਕਰਦਾ। ਇਹ 9 ਜਾਮਿਆਂ ਵਿੱਚ ਵਾਹਿਗੁਰੂ ਮੰਤਰ ਤੇ ਤਪੱਸਿਆ ਹੋਈ ਆ। ਇਤਿਹਾਸ ਵਿੱਚ ਇਹ ਵੀ ਕਹਿੰਦੇ ਕਿ 36 ਯੁੱਗ ਵਾਹਿਗੁਰੂ ਮੰਤਰ ਤੇ ਤਪੱਸਿਆ ਹੋਈ ਆ। ਕੋਈ ਸਤਨਾਮ ਸੀ। ਤੇ ਜਿਸ ਵੇਲੇ ਇਹ 5 ਨੂੰ ਐ ਕੱਟ ਕੇ ਲੰਬੇ ਪਾ ਦਿੱਤਾ ਹੈ, ਧੜ ਪਏ ਆ, ਸੀਸ ਪਏ ਆ। ਫਿਰ ਪਾਤਸ਼ਾਹ ਜੀ ਨੇ ਵਾਟੇ ਦੇ ਵਿੱਚ ਜਲ ਪਾਇਆ ਸਤਲੁਜ ਦਾ,
ਔਰ ਉਸ ਦੇ ਵਿੱਚ ਆਪਣਾ ਖੰਡਾ ਚਲਾਉਣਾ ਸ਼ੁਰੂ ਕੀਤਾ ਤੇ ਉਹ ਵਾਹਿਗੁਰੂ ਮੰਤਰ ਦੀ ਪਾਵਰ ਨੇਤਰਾਂ ਰਾਹੀਂ ਉਹ ਜਲ ਦੇ ਵਿੱਚ ਪਾਈ ਹੈ। ਜਲ ਦਾ ਸੁਭਾਅ ਹੈ, ਇਹ ਚੀਜ਼ ਨੂੰ ਗ੍ਰਹਿਣ ਕਰਦਾ ਹੈ। ਇਹ ਕਹੋ ਸਤਿਨਾਮ। ਸਾਡੀ ਆਵਾਜ਼ ਨੂੰ ਜਲ ਗ੍ਰਹਿਣ ਕਰਦਾ ਹੈ। ਇਸੇ ਕਰਕੇ ਹਰਿਮੰਦਰ ਸਾਹਿਬ ਦੇ ਪਾਸੇ ਸਰੋਵਰ ਹੈ ਜਿਹੜਾ, ਉਹ ਸਾਡੀਆਂ ਅਨੇਕਾਂ ਬਿਮਾਰੀਆਂ ਕੱਟਦਾ ਹੈ, ਕਿਉਂਕਿ ਉੱਥੇ 24 ਘੰਟੇ ਕੀਰਤਨ ਚੱਲਦਾ ਹੈ ਔਰ ਪਾਣੀ ਉਹ ਜਲ ਜਿਹੜਾ ਅੰਮ੍ਰਿਤ ਸਰੋਵਰ ਉਹ ਗ੍ਰਹਿਣ ਕਰ ਰਿਹਾ ਹੈ। ਕਹੋ ਸਤਿਨਾਮ। ਉਹ ਕੇਵਲ ਜਲ ਨਹੀਂ ਹੈ, ਉਹ ਅੰਮ੍ਰਿਤ ਬਣੀ ਜਾਂਦਾ। ਰੋਜ਼ਾਨਾ ਬਾਣੀ ਚੱਲ ਰਹੀ ਹੈ 24 ਘੰਟੇ ਲਗਾਤਾਰ ਉੱਥੇ ਚੱਤੋ ਪਹਿਰ। ਖੈਰ, ਉਸ ਬਾਟੇ ਦੇ ਵਿੱਚ ਪਾਤਸ਼ਾਹ ਜੀ ਨੇ ਖੰਡਾ ਚਲਾਉਣਾ ਸ਼ੁਰੂ ਕੀਤਾ ਹੈ। ਫਿਰ ਮਾਤਾ ਜੀ ਨੇ ਆ ਕੇ ਉਹਦੇ ਵਿੱਚ ਪਤਾਸੇ ਪਾਏ ਆ। ਉਸ ਤੋਂ ਬਾਅਦ ਪਾਤਸ਼ਾਹ ਜੀ ਨੇ ਧੜ ਦੇ ਨਾਲ ਸਿਰ ਧਰ ਕੇ ਤੇ ਇੱਕ ਦੇ ਮੂੰਹ ਵਿੱਚ ਪਾਇਆ ਚੂਲਾ। ਤੇ ਪਹਿਲੀ ਵਾਰ ਅੱਜ ਪਾਤਸ਼ਾਹ ਨੇ ਕਿਹਾ ਆਪਣੀ ਜ਼ਿੰਦਗੀ 'ਚ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਬਚਨ ਕਿਹਾ ਤੇ ਤੁਰੰਤ ਹੀ ਉਹ ਧੜ ਤੇ ਧੌਣ ਜੁੜ ਗਈ ਕਹਿੰਦੇ, ਤੇ ਸਿੰਘ ਜਿਹੜਾ ਸੀਗਾ ਉੱਠ ਕੇ ਖੜਾ ਹੋ ਗਿਆ। ਇਸ ਤਰ੍ਹਾਂ ਹੀ ਵਾਰੀ ਸਾਰੇ ਸਿੰਘਾਂ ਦੇ ਮੁਖ ਦੇ ਵਿੱਚ ਇਹ ਜਲ ਪਾਉਂਦੇ ਆ, ਅੱਖਾਂ ਤੇ ਛਿੱਟੇ ਮਾਰਦੇ ਆ, ਤਾਲੂਏ 'ਚ ਪਾਉਂਦੇ ਆ ਔਰ ਫਿਰ ਕਹਿੰਦੇ ਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਾਹਿਗੁਰੂ ਮੰਤਰ ਦੀ ਪਾਵਰ ਸਤਿਗੁਰਾਂ ਨੇ 9 ਜਾਮਿਆਂ ਵਿੱਚ ਤਾਕਤ ਭਰੀ ਹੈ ਇਹਦੇ ਵਿੱਚ। ਕਹੋ ਸਤਿਨਾਮ। ਜਿਹੜਾ ਸਾਨੂੰ ਮੰਤਰ ਦਿੱਤਾ ਇਹ ਮਾਮੂਲੀ ਮੰਤਰ ਨਹੀਂ ਹੈ। ਤੋ ਇਸ ਤਰ੍ਹਾਂ ਇਹ ਡਾਇਰੀ ਲਿਖਦਾ ਹੈ ਉੱਥੇ ਬੈਠਾ ਔਰੰਗਜ਼ੇਬ ਦਾ ਸੂਈਆ, ਜੋ ਰੋਜ਼ਾਨਾ ਆ ਕੇ ਵਿੱਚ ਬਹਿੰਦਾ ਤੇ ਬਹਿੰਦਾ ਹੈ ਬ੍ਰਾਹਮਣੀ ਭੇਸ 'ਚ, ਧੋਤੀ ਬੰਨ੍ਹ ਕੇ ਆਉਂਦਾ ਤੇ ਜਾਣਦਾ ਮੇਰਾ ਪ੍ਰੀਤਮ ਵੀ ਹੈ ਵੀ ਜਿਹੜਾ ਇਹ ਸਾਹਮਣੇ ਬੈਠਾ ਨਾ, ਇਹ ਸੂਹਾ ਲੈ ਰਿਹਾ, ਜਸੂਸੀ ਕਰ ਰਿਹਾ। ਕਰ ਲਾ, ਹੋਣੀ ਚਾਹੀਦੀ ਹੈ। ਜਸੂਸੀ ਹੋਏ ਬਿਨਾਂ ਤਾਂ ਫਿਰ ਬਾਹਰ ਕਿਵੇਂ ਗੱਲ ਨਿਕਲੂ। ਤਾਂ ਇਹ ਜਸੂਸੀ ਕਰਦਾ ਹੋਇਆ ਵੇਖ ਰਿਹਾ ਤੇ ਅਖੀਰ ਇਹਦਾ ਜੀ ਕੀਤਾ, ਯਾਰ ਇਹ ਤਾਂ ਆਬੇ ਹਜਾਤ ਹੈ, ਜਿਹੜਾ ਸਾਡੇ ਮੁਸਲਮਾਨ ਆਬੇ ਹਜਾਤ ਕਹਿੰਦੇ ਆ, ਇਹ ਤਾਂ ਮੁਰਦਿਆਂ ਨੂੰ ਜਿਉਂਦੇ ਕਰਨ ਵਾਲਾ ਹੈ। ਉਹ ਮਣਾ ਤੂੰ ਵੀ ਲੈ ਲਾ, ਵੇਖੀ ਕਿਤੇ ਅੱਜ ਰਹਿ ਨਾ ਜਾਈ। ਔਰ ਫਿਰ ਉੱਠ ਕੇ ਬੇਨਤੀ ਕਰਦਾ ਕਿ ਇਹ ਆਬੇ ਹਜਾਤ ਮੈਨੂੰ ਮਿਲ ਜੂਗਾ, ਆ ਜਾ ਤੈਨੂੰ ਵੀ ਦਿੰਨੇ ਆ। ਇਹਦਾ ਨਾਮ ਸੀ ਗੁਰੂ ਪਿਆਰਿਓ ਅਜਮੇਰ ਖਾਨ, ਅਬਦੁਲ ਤੁਰਾਨੀ ਤੁਰਾਨ ਦਾ ਸੀਗਾ, ਇਹਦਾ ਨਾਮ ਸੀ ਅਬੁਲ ਤੁਰਾਨੀ। ਇਹ ਅਬੁਲ ਤੁਰਾਨੀ ਉੱਠ ਕੇ ਆਇਆ ਸਾਹਮਣੇ ਤੇ ਪਾਤਸ਼ਾਹ ਜੀ ਨੇ ਇਸ ਨੂੰ ਵੀ ਉਹ ਅਮਰ ਦਿੱਤਾ ਹੈ ਤੇ ਇਹਦਾ ਨਾਮ ਰੱਖ ਦਿੱਤਾ ਅਜਮੇਰ ਸਿੰਘ। ਕਹੋ ਸਤਨਾਮ ਸਿੰਘ। ਫਿਰ ਇਹ ਅਬੁਲ ਤੁਰਾਨੀ ਅਜਮੇਰ ਸਿੰਘ ਉਹ ਅਮਰ ਦੀ ਦਾਤ ਲੈ ਕੇ ਸਿੰਘ ਸਜ ਗਿਆ ਹੈ ਔਰ ਉਸ ਤੋਂ ਬਾਅਦ ਆਪਣੀ ਡਾਇਰੀ ਲਿਖ ਕੇ ਔਰੰਗਜ਼ੇਬ ਨੂੰ ਭੇਜਦਾ ਹੈ ਤੇ ਉੱਤੇ ਲਿਖਦਾ ਹੈ, ਮੇਰੀ ਆਖਰੀ ਜਸੂਸੀ। ਕਹੋ ਸਤਨਾਮ। ਅੱਜ ਮੈਂ ਕੀ ਦੇਖਿਆ ਕਿ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਨੇ ਇੱਕ ਬਿਨਾਂ ਕੁੰਡੀਆਂ ਦੀ ਕੜਾਹੀ ਲਈ। ਉਸ ਤੋਂ ਪਹਿਲਾਂ ਵਾਰ-ਵਾਰ 80,000 ਦੇ ਇਕੱਠ 'ਚੋਂ ਆਪਣੇ ਸਿੱਖਾਂ ਨੂੰ ਆਵਾਜ਼ ਮਾਰੀ, ਇੱਕ ਸੀਸ ਚਾਹੀਦਾ ਹੈ। ਵਾਰੀ-ਵਾਰੀ 5 ਸਿੱਖਾਂ ਦੇ ਸਿਰ ਕੱਟੇ। ਫਿਰ ਬਿਨਾਂ ਕੁੰਡੀਆਂ ਦੀ ਕੜਾਹੀ, ਭਾਵ ਸਰਬਲੋਹ ਦਾ ਬਾਟਾ, ਉਹ ਲਿਆ ਹੈ, ਉਹਦੇ ਵਿੱਚ ਜਲ ਪਾਇਆ, ਵਿੱਚ ਕਾਫੀ ਸਮਾਂ ਖੰਡਾ ਖੜਕਾਉਂਦੇ ਰਹੇ, ਹਿਲਾਉਂਦੇ ਰਹੇ ਉਹ ਜਲ ਨੂੰ। ਔਰ ਫਿਰ ਉੱਥੇ ਆ ਕੇ ਇੱਕ ਮਾਤਾ ਜੀ ਜੋ ਕਿ ਉਹਨਾਂ ਦੇ ਮਹਿਲ ਸਨ, ਉਹਨਾਂ ਨੇ ਪਤਾਸੇ ਪਾਏ ਆ। ਫਿਰ ਉਸ ਨੂੰ ਹਿਲਾਉਂਦੇ ਰਹੇ ਤੇ ਕੁਝ ਮੂੰਹ ਦੇ ਵਿੱਚੋਂ ਗੁਣਗੁਣਾਉਂਦੇ ਰਹੇ। ਹੁਣ ਅਬੁਲ ਤੁਰਾਨੀ ਨੂੰ ਬਾਅਦ 'ਚ ਪਤਾ ਲੱਗਿਆ ਨਾ, ਉਸ ਵੇਲੇ ਉਹ ਆਪਣੀ ਸੂਹ ਲਿਖਦਾ ਵੀ ਆਹ ਮੈਂ ਦੇਖਿਆ ਅੱਜ। ਔਰ ਫਿਰ ਕੁਝ ਸਮੇਂ ਦੇ ਬਾਅਦ ਉਹਨਾਂ ਨੇ ਉਸ ਬਾਟੇ ਦੇ ਵਿੱਚੋਂ ਉਹ ਜਲ ਦੇ ਛਿੱਟੇ ਉਹਨਾਂ ਮੁਰਦਿਆਂ 'ਤੇ ਮਾਰੇ ਆ, ਉਹਨਾਂ ਦੇ ਮੁੱਖ ਵਿੱਚ ਜਲ ਪਾਇਆ ਤੇ ਜਦੋਂ ਕਿਹਾ ਉਹਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਹ ਮੁਰਦੇ ਜਿਉਂਦੇ ਕਰ ਲਏ। ਤੇ ਮੇਰਾ ਚਿੱਤ ਕੀਤਾ ਮਨਾ, ਅੱਜ ਆਬੇ ਹਜਾਤ ਆਇਆ ਸਾਹਮਣੇ, ਜਿਹਨੂੰ ਦੁਨੀਆ ਲੱਭਦੀ ਫਿਰਦੀ ਆ। ਸੁਣ ਨਾਲ ਮੁੰਜਾ ਨਹੀਂ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਤਾਂ ਗੁਰੂ ਪਿਆਰਿਓ ਫਿਰ ਕਹਿੰਦਾ, ਮੈਂ ਵੀ ਅੱਜ ਉਹ ਅੰਮ੍ਰਿਤ ਲੈ ਕੇ ਅਬੁਲ ਤੁਰਾਨੀ ਤੋਂ ਅਜਮੇਰ ਸਿੰਘ ਬਣ ਗਿਆ। ਹੁਣ ਮੈਂ ਤੇਰਾ ਸੂਇਆ ਨਹੀਂ। ਉਹਦੀ ਛੋਟੀ ਜੀ ਇੱਕ ਗੁਰੂ ਪਿਆਰਿਓ ਪੌਕਟ ਹੈ, ਛੋਟੀ ਜੀ ਕਾਪੀ ਹੈ, ਜਿਹਦੇ ਵਿੱਚ ਉਸਨੇ ਆਪਣੀ ਇਹ ਸਾਰੀ ਕਹਾਣੀ ਲਿਖੀ ਹੈ ਤੇ ਆਪਾਂ ਛਾਪ ਕੇ ਸੰਗਤਾਂ ਨੂੰ ਵੀ ਦਿੱਤੀ ਆ। ਇਸ ਕਰਕੇ ਇਹ ਵਾਹਿਗੁਰੂ ਮੰਤਰ ਦੀ ਮਹਿਮਾ ਭਾਈ ਸੰਤੋਖ ਸਿੰਘ ਕਵੀ ਦੱਸਦੇ ਹਨ ਕਿ ਨਾਮ ਦਾ ਮਹਾਤਮ ਜਿਹੜਾ ਸ਼ੰਕਰ ਨੇ ਜਾਣਿਆ, ਜਿਸ ਨੇ ਜ਼ਹਿਰ ਨੂੰ ਆਪਣੇ ਪੀ ਕੇ ਗਲੇ ਵਿੱਚ ਪਚਾ ਲਿਆ। ਆਤਮ ਭੂਪਲ ਰੀਤ ਪਛਾਨਤ, ਜਾਂ ਬਲ ਸੋ ਪਰਪੰਚ ਬਣਾਏ। ਤੋ ਨਾਮ ਦੀ ਵਡਿਆਈ ਨੂੰ ਬ੍ਰਹਮਾ ਨੇ ਵੀ ਚੰਗੀ ਤਰ੍ਹਾਂ ਜਾਣਿਆ ਹੈ।
जिस वाहिगुरु दे नाम नाल ये सृष्टि बनी है। सवैया प्रहलाद कवाद तिलोचन नारद त्रूसन काद जय देव सतन्ना। हाँ, फिर इत्थे भगतां दी गल करदे आ भाई संतोख सिंह कवि। इस नाम दी महिमा नूं प्रहलाद भगत ने जानिया है और वाल्मीकि ने जानिया है नाम दी महिमा नूं। इस तरह भगत तलोचन ने जानिया है। नारद ऋषि नूं भी नाम की महिमा की समझ आई। वह भी दुतारा लैके हर वेले परमेश्वर का भजन करता रहता है। ध्रुव भगत ने नाम की महिमा नूं जानिया, जिहड़ा घरों तो निकलिया सीगा प्यो वाला राज लैण वास्ते, क्योंकि ध्रुव हसदा घर आया कर प्यार प्यो कुछण लीता। प्यो ने प्यार किया, कई सालों बाद राजा मुड़ के आया सीगा। ध्रुव भी पिता नूं मिलण आया, 5 साल का हो गया सीगा। तो राजे दे पहली जिहड़ी राणी है उसते बच्चा होया नहीं सीगा, काफ़ी समा लम्मा टप गया सीगा। तां गुरु प्यारो उस राणी ने ख्याल किया भी चलो साडी वंश चलनी चाहिए। उन्हें अपनी छोटी भैन का विआह कराता। वड्डी का नाम सुनीता, छोटी का सुरुचि आ। हुण राजे का जब छोटी नाल विआह हो गया, वड्डी नालों प्यार घट गया, छोटी नाल वध गया। वड्डी का महल अड्ड पाता, छोटी का अड्ड पाता। एक दिन एक साधु आया सुरुचि के घर और साधु ने प्रशादा पानी छकिया। भगत भावना वाली वो बीबी सी राणी वड्डी। प्रशादा छकाया तो राजा नूं अपना साधु कहन लग्या, बेटा कोई बाल बच्चा दिसदा नहीं। कहंदी बाबा जी साडी शादी होई लम्मा लम्मा हो गया, विआह होया ते पर शादी हुई ते पर बच्चा कोई होया नहीं गा। अच्छा बच्चा होवेगा, भगत होवेगा, तुहाडे घर जिहड़ा आवेगा। कहंदी नहीं बाबा जी हुण तां मेरी छोटी भैन विआही है, ओहदे हो जावे। कहंदी ओहदे भी हो जाऊगा, तेरे भी होऊगा। कहो सतनाम। तो इधर प्रहलाद का जन्म, अपना ध्रुव भगत का जन्म हो गया, उधर उत्तम का जन्म होया। तो गुरु प्यारो जदों इधर प्रहलाद अपना ध्रुव भगत का जन्म होया तो राजा किसी जंग ते चलिया गया, 5 साल बाद आया है तो 5 साल का ध्रुव हो गया। तो जदों घरे गया अपने मिलन बाप नूं, हुण ईरखा वध गई। कित्थे दोने पहला भैणां सी, हुण शरीक बन गई एक दूजे दियां। जो ध्रुव नूं गोद विच लिया तो जिहड़ी उहदी मासी सी छोटी भैन सुनीता दी, उहने कुछड़ जो चक के परे बगा के मारिया। कहनी जी इस गोद च बहना सी तां मेरी कुखों जन्म लैना सीगा। गुरु प्यारिओ राजा उहदे मोह च फसिया होया, उहनूं झिड़किया भी नीगा, ध्रुव नूं चक्किया भी ना। चक लैंदा, गुस्सा जवाक दा घट जांदा, चक्किया भी ना, उहनूं बुराया भी ना। ध्रुव रोंदा घरे आया, अपने घरे आ गया अपनी माँ कोले और आके पुछदा, माँ मैनू दस तू राणी है कि नौकराणी है? और राणी बड़ी गुरु प्यारो भजन बंदगी वाली है वैसे पिछों। कहनी पुत्रा जन्म दी तां राणी आ, पर कर्मा करके हालत नौकरानियां वर्गी है, क्योंकि आपां भजन बंदगी नहीं कीती। कहो सतनाम। आपां तपस्या नहीं कीती बेटा। बच्चे नूं गुस्सा भी आ भी हाँ हाँ मैनू प्यो की गोद चों क्यों चला के मारिया बई। कहंदा बेबे दस मैनू जिहड़ा प्यो वाली गद्दी है, तख्त है, राज है, किवें मिल सकता है? ते राणी कहनी पुत्रा भगती करके मिलता सब नूं, जिन्हां ने प्राप्त किया भगती नाल ही कीता। हुण ये ज्ञान दे तां दिता माँ ने, पर इहनूं ये नहीं पता सीगा कि बच्चा एकदम एक्सैप्ट कर लूगा, एकदम ये गल ग्रहण कर लूगा। अद्धी रात नूं अपनी माँ की परिक्रमा करके घरों निकल गया। कहना हुण भगती करके राज लऊंगा। दिन चढ़िया, ध्रुव घरे नहीं हैगा। राजे ने बंदे भजाए, लभो यार किधर गया? जवाक गुस्सा कर गया लगता। लभण वाले भजे नौकर सेवादार नाल जांदियां नूं कहता, उहनूं कह दिओ मुड़िया तैनूं अद्धा राज दे देंगे। जो नौकरां ने कहा पुत्त चल घरे, तेरा बापू ने कहा तैनूं अद्धा राज दे देंगे। वो कहंदा है तां चलिया ही आ, अद्धा मिलदा मैं सारा ही लैके मुड़ूंगा। हुण कहो सतनाम। है तां रस्ते ते पैर ही धरिया, हुण ही अद्धा राज देण नूं तैयार आ, मैं सारा लैना। जंगलां 'च पहुँच गया, उत्थे नारद मुनि मिल गया। मौके का ऋषि है जिहड़ा भी उस वेले का। वो जद पहुँचे है, ऋषि कह लग्या बेटा तू इत्थे किवें? कहंदा मैं भगती करनी आ। तू मुड़ जा घरे, कोई शेर बघियाड़ खा जूगा, कल का जवाक है, तू छोटी उम्र है। कहंदा नहीं बाबा जे कोई सिमरन का ढंग हैगा तो दस दे मैनू, वापस तो मैं मुड़ना नहीं गा।
ਨਾਰਦ ਮੁਨੀ ਨੇ ਕਾਫਾ ਉਹਨੂੰ ਪਰਖਿਆ, ਟਕੋਰਿਆ, ਪਰ ਧਰੂ ਕਹਿੰਦਾ ਵਾਪਸ ਨਹੀਂ ਮੁੜਨਾ। ਤੂੰ ਮੈਨੂੰ ਇਹਨਾਂ ਭਗਤੀ ਕਰਨੀ ਕਿਵੇਂ ਹੈ? ਤਾਂ ਫਿਰ ਨਾਰਦ ਮੁਨੀ ਨੇ ਧਰੂ ਨੂੰ ਸਿਮਰਨ ਦੀ ਜੋਗਤ ਦੱਸ ਦਿੱਤੀ, ਉਪਦੇਸ਼ ਦੇ ਦਿੱਤਾ, ਨਾਮ ਦੇਤਾ, ਤੇ ਇੱਕ ਦਰਖਤ ਹੇਠਾਂ ਬੈਠ ਕੇ ਕਰਨਾ ਸ਼ੁਰੂ ਕਰਤਾ। ਪਹਿਲੇ ਦਿਨ ਉਹ ਸੁਬਾਹ ਬੈਠਾ, ਸ਼ਾਮ ਨੂੰ ਉੱਠਿਆ, ਆਸੇ ਪਾਸੇ ਘੁੰਮਿਆ ਫਿਰਿਆ, ਕੰਦ ਮੂਲ ਜੋ ਵੀ ਖੱਖੜੀ ਕਰੇਲਾ ਜੰਗਲ 'ਚੋਂ ਮਿਲਿਆ ਉਹ ਖਾਧਾ। ਭੁੱਖ ਲੱਗਦੀ ਆਖਰ ਨਵਾਂ ਨਵਾਂ ਗਿਆ। ਕੁਝ ਦਿਨਾਂ ਬਾਅਦ ਆਪਣੀ ਭੁੱਖ ਨੂੰ ਅੱਗੇ ਲੈ ਗਿਆ 3 ਦਿਨਾਂ ਤੇ। 1 ਮਹੀਨੇ ਵਿੱਚ ਉਹ ਤੀਜੇ ਦਿਨ ਉੱਠਣ ਲੱਗ ਪਿਆ। ਫਿਰ ਅਗਲੇ ਮਹੀਨੇ ਆਪਣੀ ਭੁੱਖ ਨੂੰ ਹੋਰ ਵਧਾਇਆ, ਘਟਾਇਆ, ਤਾਂ ਗੁਰੂ ਪਿਆਰੋ ਆਪਣੀ ਭੁੱਖ ਨੂੰ ਇਹ ਹਫ਼ਤੇ ਤੇ ਲੈ ਗਏ। ਚੱਲਦਾ ਚੱਲਦਾ ਇਸਨੇ 1 ਮਹੀਨਾ ਬੈਠੇ ਰਹਿਣਾ ਤੇ ਮਹੀਨੇ ਬਾਅਦ ਉੱਠ ਕੇ ਜੋ ਮਾੜਾ ਮੋਟਾ ਖਾਣਾ ਫਿਰ ਬਹਿ ਜਾਣਾ। ਕਹਿੰਦੇ 7-8 ਮਹੀਨਿਆਂ ਦੇ ਵਿੱਚ ਹੀ ਆਪਣੀ ਭੁੱਖ 'ਤੇ ਕੰਟਰੋਲ ਕਰਕੇ ਇੱਕ ਦਿਨ ਬਹਿ ਗਿਆ, ਤੇ ਜਦੋਂ ਬੈਠਾ ਤੇ ਬਹਿ ਗਿਆ, ਬਸ ਉੱਠਿਆ ਹੀ ਨਹੀਂ ਗਾ। ਜਦ ਉੱਠਿਆ ਹੀ ਨਹੀਂ ਗਾ, ਹੁਣ ਜਿਹੜੇ ਇੰਦਰ ਵਰਗੇ ਆ ਉਹਨਾਂ ਨੂੰ ਫਿਕਰ ਪੈ ਜਾਂਦਾ ਕੋਈ ਰੱਬ ਦਾ ਵੱਡਾ ਭਗਤ ਆ ਗਿਆ ਤੇ ਰੱਬ ਨੇ ਸਾਡਾ ਰਾਜ ਖੋ ਕੇ ਉਹਨੂੰ ਦੇ ਦੇਣਾ। ਮੰਤਰੀ ਵੀ ਇਸੇ ਕਰਕੇ ਭੱਜ ਦੌੜ ਕਰਦੇ ਆ ਨਾ, ਵੀ ਕਿਤੇ ਸਾਡੀਆਂ ਵੋਟਾਂ ਉਧਰ ਨਾ ਵਗ ਜਾਣ। ਇੰਦਰ ਵੀ ਕੋਈ ਰਾਜਾ ਹੀ ਆ, ਉਹਨੂੰ ਭਾਜਣਾ ਪੈ ਗਈਆਂ। ਉਹ ਦੇਵਤਿਆਂ ਕੋਲੇ ਭੱਜਿਆ, ਬ੍ਰਹਮਾ ਵਿਸ਼ਨੂੰ ਵਰਗਿਆਂ ਕੋਲੇ। ਕਹਿੰਦੇ ਯਾਰ ਕਿਹੜਾ ਧਰਤੀ ਤੇ ਤਪੱਸਿਆ ਕਰਨ ਬਹਿ ਗਿਆ, ਭਗਤੀ ਵੀ ਸੌਖੀ ਨਹੀਂ ਕਰਨੀ, ਬਹੁਤ ਇਹਦੇ ਵਿੱਚ ਝੜਕੇ ਆਉਂਦੇ ਆ, ਮਹਾਰਾਜ ਕਿਰਪਾ ਕਰਕੇ ਹੀ ਕਰਾਉਂਦਾ। ਇਹ ਸਾਰੇ ਇਕੱਠੇ ਹੋ ਕੇ ਪਰਮੇਸ਼ਰ ਕੋਲ ਗਏ। ਮਹਾਰਾਜ ਆਹ ਥੱਲੇ ਕੋਈ ਬੱਚਾ ਭਗਤੀ ਕਰਨ ਬੈਠਾ, ਉਹਨੂੰ ਹਟਾਓ, ਦਿਓ ਕੀ ਮੰਗਦਾ ਉਹ। ਪਰਮੇਸ਼ਰ ਕਹਿੰਦੇ ਕੋਈ ਨਹੀਂ, ਕਰ ਲੈਣ ਦਿਓ ਪੂਰੀ। ਕਹਿੰਦੇ ਮਹਾਰਾਜ ਸਾਡੇ ਆਸਣ ਡੋਲਣ ਲੱਗ ਪਏ। ਆਸਣ ਮਤਲਬ ਖਤਰਾ ਪੈਦਾ, ਜਿਵੇਂ ਆ ਮੰਤਰੀਆਂ ਨੂੰ, ਪਾਰਟੀਆਂ ਨੂੰ ਖਤਰਾ ਹੋ ਗਿਆ ਬਈ 3 ਪਾਰਟੀਆਂ ਹੈ, ਕੋਈ ਚੌਥੀ ਨਾ ਉੱਠ ਖੜੇ, ਕਿਤੇ ਸਾਡਾ ਆਸਣ ਖੋਇਆ ਜਾਵੇ। ਬਸ ਆਹੀ ਕਹਾਣੀ ਉਦੋਂ ਦੀ ਆ। ਜਿਵੇਂ ਅੱਜ ਦੇ ਵੀ ਲੋਕ ਪਾਰਟੀਆਂ, ਨਵੀਂ ਪਾਰਟੀ ਪੈਦਾ ਨਹੀਂ ਹੋਣ ਦੇਣੀ ਚਾਹੁੰਦੇ ਕੋਈ, ਬਸ ਉੱਥੋਂ ਉੱਥੇ ਤੇ ਉੱਥੋਂ ਉੱਥੇ, ਬਸ ਰਲ ਮਿਲ ਕੇ ਕੰਮ ਚੱਲੀ ਜਾਂਦਾ। ਇਹ ਕਹਿੰਦੇ ਵੀ ਉਹਨੂੰ ਹਟਾਓ ਮਹਾਰਾਜ, ਜਿਹੜਾ ਕੁਛ ਮੰਗਦਾ ਦੇ। ਉਹ ਕਹਿੰਦੇ ਕੋਈ ਨਹੀਂ, ਦੇ ਦਿਆਂਗੇ, ਮੇਰਾ ਬਹੁਤ ਪਿਆਰਾ ਭਗਤ ਆ ਉਹ। ਫਿਕਰ ਪੈ ਗਿਆ ਇਹਨਾਂ ਨੂੰ। ਅਖੀਰ ਜਦੋਂ ਨਾ ਇਹਨਾਂ ਦੀ ਆਸਣ ਡੋਲਣੋਂ ਹਟੇ, ਪਰਮੇਸ਼ਰ ਨੂੰ ਵੀ ਖਿੱਚ ਪਈ, ਪਰਮੇਸ਼ਰ ਦਾ ਆਸਣ ਵੀ ਹਿਲਾਤਾ। ਐਸਾ ਤਪੱਸਿਆ 'ਚ ਬੈਠਾ, ਬ੍ਰਹਮਾ ਦੀ ਬਣਾਈ ਹੋਈ ਹੈ ਕੁਦਰਤ ਖੜ ਗਈ, ਵਗਦੇ ਹੋਏ ਪਾਣੀ ਖੜ ਗਏ, ਭੱਜਦੇ ਪਸ਼ੂ ਖੜ ਗਏ। ਇਹਨੇ ਸਵਾਸ ਰੋਕ ਲਿਆ। ਸਵਾਸ ਰੋਕਣ ਦੀ ਜੁਗਤੀ ਦੱਸ ਗਿਆ ਉਹਨਾਂ ਰਿਸ਼ੀ, ਨਾਮ ਜਪਣ ਦੀ ਜੁਗਤੀ ਦੱਸ ਗਿਆ, ਸਵਾਸਾਂ ਨੂੰ ਰੋਕ ਲਿਆ। ਹੁਣ ਸਾਡਾ ਸਵਾਸ ਆਪਣੇ ਸਾਰਿਆਂ ਨਾਲ ਜੁੜਿਆ ਹੋਇਆ, ਜੇ ਇੱਕ ਨੇ ਰੋਕ ਲਿਆ ਤੇ ਸਾਰਿਆਂ ਦੇ ਰੁਕ 'ਤੇ ਆਉਣੇ। ਕਹੋ ਸਤਿਨਾਮ। ਭਾਜੜਾਂ ਪੈ ਗਈਆਂ ਸਾਰਿਆਂ ਦੀਆਂ। ਫਿਰ ਪਰਮੇਸ਼ਰ ਆਏ ਧਰੂ ਦੇ ਸਾਹਮਣੇ। ਧਰੂ ਨੇਤਰ ਬੰਦ ਕਰਕੇ ਬੈਠਾ ਹੈ। ਪਰਮੇਸ਼ਰ ਨੇ ਧਿਆਨ 'ਚ ਉਠਾਇਆ ਉਸ ਨੂੰ, ਉਹਦੀਆਂ ਅੱਖਾਂ ਖੋਲ੍ਹੀਆਂ, ਪਰ ਪਰਮੇਸ਼ਰ ਵੱਲ ਦੇਖੀ ਜਾਂਦਾ, ਦੇਖੀ ਜਾਂਦਾ, ਬੋਲਿਆ ਨਹੀਂ ਜਾਂਦਾ। ਕਹਿੰਦੇ ਪਰਮੇਸ਼ਰ ਨੇ ਆਸ਼ੀਰਵਾਦ ਥਾਪੜਾ ਦਿੱਤਾ, ਕਹਿੰਦੇ ਪੁੱਤਰ ਬੋਲ ਕੀ ਚਾਹੀਦਾ ਹੈ? ਕਹਿੰਦਾ ਬੜੇ ਸੋਹਣੇ ਹੋ, ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਹੀ ਚੱਲਾਂ। ਉਹ ਜਿਹੜਾ ਰਾਜ ਲੈਣ ਗਿਆ ਸੀ ਉਹ ਗੱਲ ਹੀ ਭੁੱਲ ਗਿਆ। ਕਹਿੰਦਾ ਮਹਾਰਾਜ ਮੈਨੂੰ ਨਾਲ ਹੀ ਲੈ ਚੱਲੋ। ਕਹਿੰਦੇ ਤੂੰ ਮੇਰੇ ਨਾਲ ਕਾਹਦੇ ਵਾਸਤੇ ਜਾਣਾ? ਕਹਿੰਦਾ ਜੀ ਕਰਦਾ ਮੈਂ ਤੁਹਾਨੂੰ ਵੇਖੀ ਜਾਵਾਂ, ਬੜੇ ਸੁੰਦਰ ਹੋ। ਪਰਮੇਸ਼ਰ ਦਾ ਸਰੂਪ ਸਾਹਮਣੇ ਆ ਗਿਆ। ਉਹ ਕਹਿੰਦੇ ਕੋਈ ਨਹੀਂ, ਮੈਂ ਤਾਂ ਲੈ ਜੂ, ਤੂੰ ਇੱਥੇ ਆਇਆ ਕੀ ਲੈਣ ਸੀਗਾ? ਜਿਹੜਾ ਕੰਮ ਪਹਿਲਾਂ ਕਰਨਾ ਹੈ ਉਹ ਕਰ। ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ। ਉਹ ਸੰਸਾਰੀ ਰਾਜ ਦਾ ਮੋਹ ਵੀ ਖਤਮ ਹੋ ਗਿਆ। ਪਰਮੇਸ਼ਰ ਦਾ ਐਸਾ ਪਿਆਰ ਉਹਨੇ ਦੇਖਿਆ। ਪਰਮੇਸ਼ਰ ਕਹਿੰਦੇ ਭਗਤਾ ਤੂੰ ਜਾ ਸੰਸਾਰ ਦੇ ਵਿੱਚ, ਤੇਰਾ ਬਾਪ ਤੈਨੂੰ ਲੈਣ ਆਊਗਾ, ਤੂੰ ਰਾਜ ਕਰਨਾ ਹੈ। ਭਾਵੇਂ ਕਿ ਤੇਰੀ ਦੂਜੀ ਮਾਸੀ ਦੇ ਘਰ ਵੀ ਪੁੱਤਰ ਉੱਤਮ ਪੈਦਾ ਹੋ ਗਿਆ ਹੈ, ਪਰ ਉਹ ਚੰਚਲ ਬਿਰਤੀ ਦਾ ਸ਼ਿਕਾਰ ਆਦਿ ਖੇਡਣਾ, ਉਹ ਤਾਂ ਜੰਗਲਾਂ ਵਿੱਚ ਮਾਰਿਆ ਜਾਵੇਗਾ। ਤੇਰੇ ਬਾਪ ਦਾ ਰਾਜ ਤੂੰ ਹੀ ਸੰਭਾਲਣਾ ਹੈ। ਤੇ ਜਦੋਂ ਤੇਰੀ ਡਿਊਟੀ ਪੂਰੀ ਹੋ ਗਈ, ਸਮਾਂ ਪੂਰਾ ਹੋ ਗਿਆ ਉਮਰ ਦਾ, ਫਿਰ ਮੈਂ ਤੈਨੂੰ ਲੈ ਜਾਊਂਗਾ, ਆਪਣੇ ਗੇਟ 'ਤੇ ਬਿਠਾ ਦੂੰਗਾ, ਮੇਰੇ ਆਉਂਦੇ ਜਾਂਦੇ ਦਰਸ਼ਨ ਕਰੀ ਜਾਈਂ। ਉੱਥੋਂ ਪਰਮੇਸ਼ਰ ਨੇ ਧਰੂ ਨੂੰ ਫਿਰ ਘਰੇ ਭੇਜਿਆ। ਉਧਰ ਰਾਜੇ ਨੂੰ ਜਾ ਕੇ ਕਿਸੇ ਢੰਗ ਨਾਲ ਸੁਨੇਹਾ ਦਿੱਤਾ ਵੀ ਤੇਰਾ ਪੁੱਤਰ ਭਗਤੀ ਪੂਰੀ ਕਰਕੇ ਆ ਰਿਹਾ, ਜਾਂ ਉਹਨੂੰ ਸਤਿਕਾਰ ਸਹਿਤ ਲੈ ਕੇ ਆ। ਰਾਜਾ ਫਿਰ ਰੱਥ ਆਦਿ ਲੈ ਕੇ, ਘੋੜੇ ਲੈ ਕੇ, ਫੌਜਾਂ ਲੈ ਕੇ ਅੱਗੋਂ ਲੈਣ ਆਉਂਦਾ ਹੈ ਤੇ ਧਰੂ ਨੂੰ ਲੈ ਕੇ ਜਾਂਦਾ ਹੈ। ਜਿਸ ਵੇਲੇ ਇਹਨਾਂ ਦਾ ਮਿਲਾਪ ਹੁੰਦਾ ਰਾਜੇ ਨਾਲ, ਦੋਨੇ ਰਾਣੀਆਂ ਵੀ ਆ, ਰੱਥ ਤੋਂ ਥੱਲੇ ਉਤਰਦੇ ਆ 3 ਜਣੇ, ਤੇ ਧਰੂ ਅੱਗੇ ਜਾਂਦਾ ਹੈ ਤੇ ਇਹ ਜਾ ਕੇ ਪਹਿਲਾਂ ਆਪਣੀ ਮਾਸੀ ਦੇ ਪੈਰੀ ਪੈਂਦਾ ਹੈ। ਕਹੋ ਸਤਿਨਾਮ।
ਆਪਾਂ ਦੁਸ਼ਮਣੀ ਰੱਖਦੇ ਆ ਨਾ ਵੀ ਉਹਨੇ ਮੈਨੂੰ ਆਏ ਕਿਹਾ ਸੀਗਾ, ਪਰ ਦੁਸ਼ਮਣੀਆਂ ਵੀ ਖਤਮ ਹੋ ਜਾਂਦੀਆਂ। ਇਹ ਸਿਮਰਨ ਦੀ ਪਾਵਰ ਹੈ। ਕਹੋ ਸਤਨਾਮ। ਆਪਣੀ ਮਾਸੀ ਦੇ ਪੈਰੀ ਪੈਂਦਾ, ਕਹਿੰਦੇ ਤੇਰੀ ਕਿਰਪਾ ਨਾਲ ਆ ਪ੍ਰਾਪਤੀ ਹੋਈ ਆ। ਖੈਰ ਆਪਾਂ ਵਿਚਾਰਾਂ ਇੱਥੇ ਰੋਕਦੇ ਆ, ਸਮਾਂ ਸਮਾਪਤੀ ਤੇ ਆ। ਇਹਦੇ ਵਿੱਚ ਕਈ ਭਗਤਾਂ ਦੀਆਂ ਵਿਚਾਰਾਂ ਤੇ ਨਾਲ ਨਾਲ ਆਪਾਂ ਸਹਿਜੇ ਸਹਿਜੇ ਭਗਤਾਂ ਨੂੰ ਸਰਵਣ ਕਰਾਂਗੇ। ਫਿਰ ਧਰੂਪ ਭਗਤ ਨੇ ਲੰਬੀ ਉਮਰ ਸੰਸਾਰ ਨੂੰ ਵਧੀਆ ਰਾਜ ਦਿੱਤਾ ਤੇ ਅੱਜ ਪਰਮੇਸ਼ਰ ਦੇ ਦਰ ਤੇ ਬੈਠਾ। ਨੰਦ ਨਾਲ ਬਾਬਾ ਨਾਨਕ ਵੀ ਇੱਕ ਉਦਾਸੀ ਦੌਰਾਨ ਧਰੂਪ ਤੱਕ ਪਹੁੰਚਿਆ। ਵਿਚਾਰਾਂ ਇੱਥੇ ਰੋਕਦੇ ਆ। ਅਗਲੀ ਵਿਚਾਰ ਕੱਲ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਇਉਂ ਧਰੂ, ਸਨਕਾਦਿਕ, ਜੈਦੇਵ, ਧੰਨਾ ਆਦਿ ਇਹਨਾਂ ਨੇ ਰੱਬ ਨੂੰ ਜਾਣਿਆ। ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व पंचन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दास रो, निर्गुण गुण नहीं कोय, नानक दीजै नाम दान, परोए, आए प्रभ शरणागति, नित दयाल, एक अखर हर मन बसत, नानक होत निहाल, एक ओंकारा सतगुरु, प्रसाद सच होए। वाहिगुरु जी की फतेह है। विनाशन सोए, वाहिगुरु जी की फतेह है। विनाशन सोए। वाहिगुरु जी का खालसा, वाहिगुरु जी की फतेह। बहुत बहुत